करीब 1 साल हो ਚੱਲਿਆ ਤਾਂ 1 ਸਾਲ ਪਹਿਲਾਂ ਜੇ ਪਿੱਛੇ ਜਾਈਏ ਤਾਂ ਤੁਸੀਂ ਦੇਖਿਆ ਹੋਣਾ ਕਿ ਐਲੀ ਮੰਗਟ ਜਦੋਂ ਮੋਹਾਲੀ ਆਇਆ ਤੇ ਐਲੀ ਮੰਗਟ ਉਸ ਤੋਂ ਬਾਅਦ ਗ੍ਰਿਫਤਾਰੀ ਹੁੰਦੀ ਆ। ਫਿਰ ਐਲੀ ਮੰਗਟ ਨੂੰ ਛੱਡਿਆ ਜਾਂਦਾ ਤਾਂ ਉਸ ਤੋਂ ਬਾਅਦ ਦੇਖਿਆ ਜਾਵੇ ਤਾਂ ਕੁੱਟਮਾਰ ਦੇ ਦਾਅਵੇ ਉਹਦੇ ਸਾਹਮਣੇ ਆਉਂਦੇ ਨੇ ਕਿ ਮੈਨੂੰ ਕੁੱਟਿਆ ਮਾਰਿਆ ਗਿਆ। ਫਿਰ ਅੱਗੇ ਕਾਨੂੰਨੀ ਕਾਰਵਾਈ ਸ਼ੁਰੂ ਹੋ ਜਾਂਦੀ ਹੈ। ਘੁੰਮਣ ਬ੍ਰਦਰ ਸਾਡੇ ਨਾਲ ਨੇ ਕਿ ਹੁਣ ਰਿਪੋਰਟ ਆ ਚੁੱਕੀ ਹੈ। ਹੁਣ ਜਿਹੜੇ ਉਹ ਦਾਅਵੇ ਸੀਗੇ, ਜਿਹੜੇ ਉਹ ਐਲੀਗੇਸ਼ਨ ਸੀ, ਕੀ ਉਹ ਸਿੱਧ ਹੋਏ? ਕਈ ਤਰ੍ਹਾਂ ਦੇ ਐਲੀਗੇਸ਼ਨ ਜੇ ਉਦੋਂ ਕਹੀਏ ਲਾਏ ਗਏ ਸੀਗੇ। ਐਲੀ ਮੰਗਟ ਨੇ ਕਿਹਾ ਕਿ ਮੈਨੂੰ ਕੁੱਟਿਆ ਮਾਰਿਆ ਗਿਆ। ਡੀਜੀਪੀ ਦਫ਼ਤਰ ਵੀ ਤੁਹਾਡੇ ਕਈ ਚੱਕਰ ਲਾਏ ਅਸੀਂ ਦੇਖਿਆ। ਤਾਂ ਹੁਣ ਜਿਹੜੀ ਰਿਪੋਰਟ ਆਈ ਆ, ਰਿਪੋਰਟ ਨੇ ਉਹ ਚੀਜ਼ਾਂ ਨੂੰ ਉਹਨਾਂ ਨੂੰ ਜਿਹੜੀ ਕਿ ਉਹਦੀ ਪੁਸ਼ਟੀ ਕੀਤੀ ਆ। ਦੇਖੋ ਮੈਂ ਦੱਸਦਾ, ਥੋੜਾ ਜਿਹਾ ਬਰੀਫ ਕਰ ਦਿੰਦਾ ਮੈਂ। 20 ਸਤੰਬਰ 2020 ਨੂੰ ਅਸੀਂ ਸਰ ਲਾਸਟ 18 ਸਤੰਬਰ 1 ਸਾਲ ਹੋ ਗਿਆ ਪੂਰਾ। 20 ਸਤੰਬਰ 2019 ਨੂੰ ਅਸੀਂ ਇੱਕ ਰਿਪਰੈਜ਼ੈਂਟੇਸ਼ਨ ਦਿੱਤੀ ਵੀ ਆ ਮਨੁੱਖੀ ਅਣਮਨੁੱਖੀ ਤਸੱਦਦ, ਪੈਸੇ ਵੱਖਰੇ ਲੈ ਲਏ ਗਏ ਨੇ, ਡਾਲਰ ਵੱਖਰੇ ਲੈ ਲਏ ਗਏ ਨੇ, ਲੁੱਟ ਖਸੁੱਟ ਕੀਤੀ ਗਈ ਹੈ। MLR ਰਿਪੋਰਟਾਂ ਦੱਸ ਰਹੀਆਂ ਨੇ। ਅਸੀਂ ਇੱਕ ਰਿਪਰੈਜ਼ੈਂਟੇਸ਼ਨ ਦਿੱਤੀ ਜੀ DGP ਪੰਜਾਬ ਨੂੰ, ਮਿਲ ਕੇ ਦਿੱਤੀ। ਉੱਥੇ ਸਾਡੇ IG ਨੇ ਅਮਿਤ ਪ੍ਰਸਾਦ ਜੀ, ਜਿਹੜੇ ਰੂਪਨਗਰ ਦੇ ਵਿੱਚ ਨੇ, ਉਹਨਾਂ ਨੂੰ ਉਹਨਾਂ ਦੀ ਹੈਡਸ਼ਿਪ ਥੱਲੇ ਆਪਣਾ ਸ਼ਰਮਾ ਸਾਹਿਬ ਸੀਗੇ, ਸਵਪਨ ਸ਼ਰਮਾ SSP, ਉਹਨਾਂ ਨੂੰ ਹੈਡ ਲਾਇਆ ਗਿਆ ਸੀ। ਮੋਨੀਟਰਿੰਗ ਸਾਰੀ IG ਕਰ ਰਹੀ ਸੀ। ਸਿੱਟ ਬਣਾਤੀ। 1.5 ਮਹੀਨੇ ਦੇ ਵਿੱਚ ਸਿੱਟ ਨੇ, ਮੈਂ ਕਿਹਾ 23 ਸਤੰਬਰ ਨੂੰ ਬਣੀ, 1.5 ਮਹੀਨੇ ਦੇ ਵਿੱਚ ਸਿੱਟ ਨੇ ਕੰਮ ਪੂਰਾ ਕਰਕੇ 23/11 ਨੂੰ ਸਰ ਰਿਪੋਰਟ ਸਬਮਿਟ ਕਰਤੀ। 23/11 ਤੋਂ ਬਾਅਦ ਸਰ ਅਸੀਂ ਜਨਵਰੀ ਦੇ ਵਿੱਚ ਐਲੀ ਮੰਗਟ ਸਾਰੇ ਅਸੀਂ DGP ਸਾਹਿਬ ਦੇ ਗਏ ਕਿ ਸਾਨੂੰ ਕਾਈਂਡਲੀ ਉਹਦੀ ਸਿੱਟ ਦੀ ਕਾਪੀ ਦੇ ਦਿਓ। ਅਸੀਂ ਦੇਖੋ ਸਾਡਾ ਹੱਕ ਬਣਦਾ ਹੈ, ਪਰ ਵੀ ਅਸੀਂ ਦੇਖੀਏ ਵੀ ਕਿਹੜੇ ਹੈਗੇ ਨੇ, ਕਿੰਨਾ ਦਾ ਤੁਸੀਂ ਦੋਸ਼ੀ ਨੂੰ ਤੁਸੀਂ ਡਿਕਲੇਅਰ ਕੀਤਾ ਹੈ ਜਾਂ ਕੀ ਆਇਆ ਉਸ ਸਿੱਟ ਦੇ ਵਿੱਚ। ਇਹਨਾਂ ਨੇ ਕਿਹਾ ਜੀ ਹਜੇ ਅਪਰੂਵ ਨਹੀਂ ਕੀਤੀ, ਥੋੜ੍ਹਾ ਜਿਹਾ ਟਾਈਮ ਲੈ ਲਓ। ਥੋੜ੍ਹਾ ਜਿਹਾ ਟਾਈਮ ਅਸੀਂ ਹੋਰ ਲਿਆ, 1-2 ਵਾਰੀ ਕੋਸ਼ਿਸ਼ ਕੀਤੀ ਬਟ ਨਹੀਂ। ਅਲਟੀਮੇਟਲੀ ਸਰ ਅਸੀਂ NRI ਕਮਿਸ਼ਨ ਦਾ ਦਰਵਾਜ਼ਾ ਖੜਕਾਇਆ। ਰੀਜ਼ਨ ਬਿਹਾਈਂਡ ਐਲੀ ਬਿਲੋਂਗਸ ਟੂ ਕੈਨੇਡਾ ਐਂਡ ਮੈਟਰ ਰਿਲੇਟਸ ਟੂ ਜਿਹੜੇ NRIs ਨੇ, ਉਹ NRI ਕਮਿਸ਼ਨ ਬਣ ਗਿਆ। ਜਸਟਿਸ ਸ਼ੇਖਰ ਧਵਨ ਸਾਹਿਬ ਦੀ ਕੋਰਟ 'ਚ ਅਸੀਂ ਗਏ, ਉਹਨਾਂ ਨੂੰ ਸਾਰੇ ਮਾਮਲੇ ਸੰਬੰਧੀ ਦੱਸਿਆ ਵੀ ਸਰ ਇੰਨਾ ਟਾਈਮ ਹੋ ਚੁੱਕਿਆ, 6-7 ਮਹੀਨੇ ਲੰਘ ਗਏ ਨੇ, ਇਹ ਉਦੋਂ ਦੀ ਗੱਲ ਹੈ। ਫਰਵਰੀ ਦੇ ਵਿੱਚ ਜਸਟਿਸ ਸ਼ੇਖਰ ਧਵਨ ਨੇ ਨੋਟਿਸ ਕੀਤਾ, ਸਟੇਟਸ ਰਿਪੋਰਟ ਮੰਗੀ ਔਰ ਸੰਮਨ ਕੀਤਾ DGP ਪੰਜਾਬ ਨੂੰ ਕਿ ਉਹ ਸਿੱਟ ਦੀ ਰਿਪੋਰਟ ਮੇਰੀ ਕੋਰਟ ਦੇ ਵਿੱਚ ਪੇਸ਼ ਕੀਤੀ ਜਾਵੇ। ਨੈਕਸਟ ਡੇਟ ਸੀਗੀ ਸਰ ਅਨਫੋਰਚੂਨੇਟਲੀ April ਮਈ ਆ ਗਿਆ, ਕਰੋਨਾ ਵਾਲਾ ਆ ਗਿਆ। ਠੀਕ ਹੈ, ਕਰੋਨਾ ਦੇ ਵਿੱਚ ਅਡਜਰਨ ਹੁੰਦਾ ਗਿਆ। ਅਲਟੀਮੇਟਲੀ ਕੱਲ੍ਹ ਉਹ ਮੈਟਰ ਦੁਬਾਰਾ ਲਿਸਟ ਹੋਇਆ ਤੇ ਉੱਥੇ ਸਰ ਜਿਹੜੀ ਸਿੱਟ ਦੀ ਰਿਪੋਰਟ ਆਈ, ਉਹ ਸਿੱਟ ਦੀ ਰਿਪੋਰਟ ਉਹਨਾਂ ਨੇ ਕੱਲ੍ਹ ਉੱਥੇ ਬੜੇ ਔਖੇ, ਅਸੀਂ 3-4 ਡੇਟਾਂ 'ਚ ਵੀ ਦੱਸਿਆ ਕਿ ਕਰੋਨਾ ਦਾ ਫਾਇਦਾ ਲਈ ਜਾ ਰਹੇ ਨੇ ਜੀ। AIG ਆਏ ਉੱਥੇ ਨਵੀਨ ਸੈਣੀ ਸਾਹਿਬ ਨੇ, ਬਿਊਰੋ ਆਫ ਇਨਵੈਸਟੀਗੇਸ਼ਨ ਨੇ ਉੱਥੇ ਸਬਮਿਟ ਕਰਵਾ ਕੇ। ਹੁਣ ਜਿਹੜੀ ਸਿੱਟ ਦੀ ਰਿਪੋਰਟ ਆਈ ਹੈ, ਇਨਕੁਆਇਰੀ ਰਿਪੋਰਟ, ਸਟੇਟਸ ਰਿਪੋਰਟ, ਉਹ ਕੱਲ੍ਹ ਸਾਨੂੰ ਮਾਣਯੋਗ ਕੋਰਟ ਦੇ ਵਿੱਚ ਸਵੇਰੇ ਜੱਜ ਸਾਹਿਬ ਨੇ ਉਹਦੀ ਕਾਪੀ ਦਿੱਤੀ ਔਰ ਨਾਲੇ ਸਾਨੂੰ ਦੱਸਿਆ ਗਿਆ ਕਿ ਇਸ ਦੇ ਵਿੱਚ ਕੀ ਆਇਆ। ਸੋ ਵੱਡੀ ਤੁਸੀਂ ਇਹ ਕਹਿ ਸਕਦੇ ਹੋ ਕਿ ਸਾਡੇ ਲਈ ਰਿਲੀਫ ਜਿਹੜਾ ਆਇਆ 50-60% ਰਿਲੀਫ ਮਿਲਿਆ। ਬਾਕੀ ਤੁਹਾਨੂੰ ਸਿੱਟ ਦੀ ਰਿਪੋਰਟ 'ਚ ਕੀ ਆਇਆ ਉਹ ਸਾਰਾ ਵਕੀਲ ਸਾਹਿਬ ਤੁਹਾਨੂੰ ਜਿਹੜੀ ਸਿੱਟ ਦੀ ਰਿਪੋਰਟ ਆਈ ਹੈ, ਇਹਦੇ ਵਿੱਚ ਮੇਨ ਗੱਲ ਹੁਣ ਇਹ ਆ ਗਈ ਕਿ ਆਖਰਕਾਰ ਜੋ ਹੱਲਾ ਹੁੰਦਾ ਰਿਹਾ, ਮੀਡੀਆ 'ਚ ਤੁਸੀਂ ਬਿਆਨ ਦਿੰਦੇ ਰਹੇ ਜਾਂ ਐਲੀ ਮੰਗਟ ਦਿੰਦਾ ਰਿਹਾ ਕਿ ਮੈਨੂੰ ਇਸ ਤਰ੍ਹਾਂ ਦੇ ਨਾਲ ਕੁੱਟਿਆ ਮਾਰਿਆ, ਪੁਸ਼ਟੀ ਹੋਈ ਹੁਣ ਉਹ ਚੀਜ਼ਾਂ ਦੀ ਕਿ ਹਾਂ ਹੋਈ ਜਾਂ ਨਹੀਂ ਹੋਈ? ਫਿਰ ਬਿਲਕੁਲ ਜੀ ਬਿਲਕੁਲ। ਜਿਹੜੀ ਹੁਣ ਸਾਡੇ ਕੋਲ ਤੁਸੀਂ ਕਹੋ ਵੀ ਜਿਹੜੀ ਸਿੱਟ ਦੀ ਰਿਪੋਰਟ ਦੀ ਜਿਹੜੀ ਫਾਈਂਡਿੰਗ ਆਈ ਹੈ, ਫਾਈਂਡਿੰਗ ਦੇ ਵਿੱਚ ਇਹ ਚੀਜ਼ਾਂ ਕਲੀਅਰ ਹੋ ਗਈਆਂ ਕਿ ਸਾਡੇ 2-3 ਮਸਲੇ ਸਾਡੇ ਇਸ਼ੂਜ਼ ਸੀਗੇ ਉਹਦੇ ਵਿੱਚ। ਪਹਿਲਾ ਮਸਲਾ ਸੀਗਾ ਉਹਦੀ ਕੁੱਟਮਾਰ ਦਾ। ਸੋ ਉਹਦੇ 'ਚ ਜੋ DGP ਪੰਜਾਬ ਨੇ ਹੁਣ ਅਪਰੂਵ ਕਰ ਦਿੱਤੀ ਹੈ ਸਿੱਟ ਦੀ ਰਿਪੋਰਟ, ਉਹਦੇ 'ਚ ਮੈਨ ਹੈਂਡਲਿੰਗ ਜਿਹੜੀ ਹੈ ਉਹ ਕਲੀਅਰ ਕੱਟ ਇਹਨਾਂ ਨੇ ਆਹ ਮੰਨ ਲਈ ਵੀ ਮਾਰ ਕੁੱਟ ਤਾਂ ਅਸੀਂ ਸਾਡੇ ਪੁਲਿਸ ਮੁਲਾਜ਼ਮਾਂ ਨੇ ਕੀਤੀ ਹੈ। ਦੂਜਾ ਜਿਹੜਾ ਮਸਲਾ ਸੀਗਾ ਉਹ ਸੀਗਾ ਕਿ ਜਿਹੜੀ ਉਹਦੇ ਕੋਲ ਬਰਾਈਬ, ਕਿਉਂਕਿ ਉਹ 에ਅਰਪੋਰਟ ਉਦੋਂ ਉਤਰੇ 11 ਸਤੰਬਰ ਨੂੰ, ਐਲੀ ਮੰਗਟ ਕੈਨੇਡਾ ਤੋਂ ਸਿੱਧੇ ਇੱਥੇ ਮੋਹਾਲੀ 에ਅਰਪੋਰਟ ਉਤਰੇ, ਤਾਂ ਤੁਸੀਂ ਕਹ ਲਓ ਵੀ ਉਹਨਾਂ ਦੇ ਕੋਲੋਂ 7000 ਆਸਟ੍ਰੇਲੀਅਨ ਡਾਲਰ ਜਿਹੜਾ ਸੀ ਉਹਨਾਂ ਦਾ ਕਲੋਜ਼ ਫਰੈਂਡ ਅਮੁਲਪ੍ਰੀਤ ਸਿੰਘ ਨੇ ਦੁਰਾਹਾ ਤੋਂ ਉਹਨਾਂ ਦੇ ਕੋਲੋਂ ਲਿਆ। ਇਹ ਚੀਜ਼ ਜਿਹੜੀ ਹੈ ਇਹ ਹੁਣ ਸਿੱਟ ਦੀ ਫਾਈਂਡਿੰਗ ਦੇ ਵਿੱਚ ਆ ਗਈ ਕਿ 7000 ਆਸਟ੍ਰੇਲੀਅਨ ਡਾਲਰ ਵੀ ਲਿਆ। ਇਹ ਲਿਆ ਕਾਦੇ ਵਾਸਤੇ ਗਿਆ ਸੀਗਾ? ਕਿਉਂਕਿ ਇਹ ਜਿਹੜੇ ਡਾਲਰ ਲਏ, ਕਿਉਂਕਿ ਕਹਾਣੀ ਤਾਂ ਕਈ ਦਿਨਾਂ ਬਾਅਦ ਸ਼ੁਰੂ ਹੋਈ, ਕੁੱਟਮਾਰ ਦੀਆਂ ਗੱਲਾਂ, ਹੋਰ ਸਾਰੀਆਂ ਚੀਜ਼ਾਂ ਆਈਆਂ, ਪੁਲਿਸ ਨੇ ਤੁਸੀਂ ਕਹਿੰਦੇ ਹੋ ਗ੍ਰਿਫਤਾਰ ਕਰ ਲਿਆ, ਤੇ ਉਸ ਸ਼ੁਰੂਆਤੀ ਦੌਰ 'ਚ ਕਿਵੇਂ ਲੈ ਲਈ ਗਈ? ਸ਼ੁਰੂਆਤੀ 'ਚ ਇਸ ਤਰ੍ਹਾਂ ਸੀਗਾ, ਪਹਿਲਾਂ ਤਾਂ ਇਹਨਾਂ ਨੇ 10 ਸਤੰਬਰ 2019 ਨੂੰ ਜਿਹੜਾ ਇੱਕ ਫਸਟ ਜਿਹੜਾ ਇਹਨਾਂ ਨੇ FIR ਰਜਿਸਟਰਡ ਕੀਤਾ ਹੈ, ਉਹ ਕੀਤਾ ਜੀ ਬੇਲੇਬਲ ਸੈਕਸ਼ਨਸ। ਉਸ ਤੋਂ ਬਾਅਦ ਬੇਲੇਬਲ ਸੈਕਸ਼ਨਸ ਦੇ ਵਿੱਚ ਪਰਚਾ ਰਜਿਸਟਰਡ ਕਰਨ ਤੋਂ ਬਾਅਦ ਉਹਦੀ ਅਰੈਸਟ ਪਾ ਲਈ ਗਈ। ਫਿਰ ਇਹਨਾਂ ਨੇ ਅਰੈਸਟ ਪਾ ਕੇ ਉਹਦੀ ਕੁੱਟਮਾਰ ਕੀਤੀ। ਫਿਰ ਕੁੱਟਮਾਰ ਜਦੋਂ ਕਰ ਰਹੇ ਸੀ ਤਾਂ ਉਹਨਾਂ ਦਿਨ ਉਸ ਟਾਈਮ ਦੇ ਦੌਰਾਨ ਇਹਨਾਂ ਨੇ, ਕਿਉਂਕਿ ਉਹ ਜਿਹੜੇ ਫਰੈਂਡਸ ਸੀਗੇ ਉਹ ਕਹਿੰਦੇ ਸੀ ਜੀ ਕਿਹੜੀ ਗੱਲੋਂ ਕੁੱਟਦੇ ਹੋ ਤੁਸੀਂ, ਜਿਹੜਾ ਪਰਚਾ ਦਿੱਤਾ ਹੈ, ਈਵਨ ਸਾਡੇ ਕੋਲ ਲਾਇਰ ਵੀ ਉਸ ਮੌਕੇ ਗਏ ਕਿ ਤੁਸੀਂ ਜਿਹੜਾ FIR ਰਜਿਸਟਰਡ ਕੀਤਾ ਉਹ ਤਾਂ ਬੇਲੇਬਲ ਸੈਕਸ਼ਨਸ ਕੀਤਾ ਜੀ। ਤਾਂ ਇਹਨਾਂ ਨੇ ਉਸ ਸਮੇਂ ਜੋ ਐਲੀ ਮੰਗਟ ਨੇ, ਕਿਉਂਕਿ ਅਸੀਂ ਉਸ ਸਮੇਂ ਇਹਨਾਂ ਦੇ ਕੌਂਸਲ ਨਹੀਂ ਸੀਗੇ, ਐਲੀ ਮੰਗਟ ਨੇ ਇਹ ਚੀਜ਼ ਦੱਸੀ ਹੈ ਜੀ ਕਿ ਇਹ ਸਾਡੇ ਤੋਂ ਉਸ ਸਮੇਂ ਸਾਡੇ ਤੋਂ ਵੱਡੀ ਤੁਸੀਂ ਕਹ ਲਓ ਇੱਕ ਬੁਰਾਈ ਮੰਗਦੇ ਸੀਗੇ, ਜਿਹਦਾ ਕਿ ਹੁਣ ਇਹਨਾਂ ਨੇ ਆਪ
ਡੀਜੀਪੀ ਆਫਿਸ ਨੇ ਇਹ ਚੀਜ਼ ਨੂੰ ਸਿੱਟ ਨੇ ਅਪਰੂਵ ਕਰਤਾ ਕਿ ਹਾਂਜੀ ਸਾਡੇ ਉਸ ਸਮੇਂ 7000 ਆਸਟ੍ਰੇਲੀਅਨ ਡਾਲਰ ਜਿਹੜਾ ਸੀਗਾ ਉਹ ਅਸੀਂ ਇਹਨਾਂ ਤੋਂ ਲਿਆ ਸੀ। ਸੋ ਇਹਦੇ ਤੇ ਆ ਕੇ ਇਹਦੇ ਤੋਂ ਇਲਾਵਾ ਜਿਹੜੇ ਹੁਣ ਮੈਂ ਇੱਥੇ ਦੱਸਣਾ ਇਹ ਵੀ ਚਾਹੁੰਦਾ ਨਾ, ਕਿਉਂਕਿ ਹੁਣ ਜਿਹੜੀ ਸਿੱਟ ਦੀ ਰਿਪੋਰਟ ਆਈ ਹੈ ਇਹਦੇ 'ਚ ਉਸ ਸਮੇਂ ਦੇ ਜਿਹੜੇ ਇੰਸਪੈਕਟਰ ਰਾਜੇਸ਼ ਹਸੀਰ SHO ਸੀ ਉਹਨਾਂ ਨੂੰ ਨੰਬਰ 1 ਦੇ ਉੱਪਰ ਸਿੱਟ ਨੇ ਰੱਖਿਆ, ਜਿਨ੍ਹਾਂ ਦੇ ਅਗੇਂਸਟ ਡਿਪਾਰਟਮੈਂਟਲ ਸਪੈਸੀਫਿਕਲੀ ਆਰਡਰ ਕੀਤੇ ਗਏ ਨੇ। ਇਹਨਾਂ ਤੋਂ ਇਲਾਵਾ DSP ਰਮਨਦੀਪ ਸਿੰਘ ਜਿਨ੍ਹਾਂ ਦੀ ਦੇਖ ਰੇਖ ਦੇ ਥੱਲੇ ਸਾਰਾ ਕੁਝ ਹੋਇਆ, ਉਹਨਾਂ ਦੇ ਦੋਵੇਂ PSOs, ਇੱਕ ਸਾਹਿਲ ਦੂਜਾ ਸਤਿੰਦਰ, ਇੱਕ ਉਸ ਸਮੇਂ ਥਾਣਾ ਜਿਹੜਾ ਸੁਹਾਣਾ ਸੀ ਉਹਦਾ ਮੁਨਸ਼ੀ ਜਸਦੀਪ ਸਿੰਘ ਜਿਹੜਾ ਉਹ ਮੇਰੇ ਖਿਆਲ ਹੁਣ ਹੌਲਦਾਰ ਨੇ, ਉਹਨਾਂ ਦਾ ਵੀ ਵਿੱਚ ਨਾਮ ਇਹਨਾਂ ਨੇ ਵਿੱਚ ਪਾਇਆ। ਸੋ ਐਜ਼ ਪਰ ਦੀ ਫਾਈਂਡਿੰਗ ਆਫ ਦੀ ਸਿੱਟ ਇਹ ਚੀਜ਼ ਕਲੀਅਰ ਹੋ ਗਈ ਕਿ ਜੀ ਇਹਨਾਂ ਨੇ ਮੈਨ ਹੈਂਡਲਿੰਗ ਕੁੱਟਮਾਰ ਵੀ ਕੀਤੀ ਹੈ, ਜੋ ਉਹਨਾਂ ਨਾਲ ਤਸੱਦਦ ਸੀ ਉਹ ਵੀ ਚੀਜ਼ ਪ੍ਰੂਵ ਹੋ ਗਈ, ਤੇ ਤੁਸੀਂ ਇਹ ਗੱਲ ਕਹਿ ਲਓ ਵੀ ਜਿਹੜਾ ਉਹਦੇ ਕੋਲ ਬ੍ਰਾਈਬ ਵੀ ਲਈਏ, ਬਾਈ ਵੇ ਆਫ ਐਕਸਟੋਰਸ਼ਨ ਲਈਏ। ਸੋ ਇਹਦੇ ਤੇ ਅਸੀਂ ਇਹ ਕਹਿੰਦੇ ਹਾਂ ਕਿ ਐਜ਼ ਪਰ ਦੀ ਫਾਈਂਡਿੰਗ ਆਫ ਦੀ ਸਿੱਟ ਇਹਨਾਂ ਤੇ ਰੈਲੇਵੈਂਟ ਸੈਕਸ਼ਨਸ ਜਿਹੜੀਆਂ IPC ਦੀਆਂ ਨੇ, ਮੈਨ ਹੈਂਡਲਿੰਗ ਜਦੋਂ ਤੁਸੀਂ ਕਹਿੰਦੇ ਹੋ ਅਸੀਂ ਕੁੱਟਮਾਰ ਕੀਤੀ ਹੈ, ਜਦੋਂ ਤੁਸੀਂ ਕਹਿੰਦੇ ਹੋ ਕਿ ਸਾਡੇ ਮੁਲਾਜ਼ਮਾਂ ਨੇ ਉਹਨਾਂ ਤੋਂ 7000 ਆਸਟ੍ਰੇਲੀਅਨ ਡਾਲਰ ਲਿਆ ਹੈ, ਤਾਂ ਕਿਉਂ ਨਹੀਂ ਇਹਨਾਂ ਦੇ ਅਗੇਂਸਟ ਐਜ਼ ਪਰ ਦੀ ਰੈਲੇਵੈਂਟ ਸੈਕਸ਼ਨਸ ਆਫ IPC ਪ੍ਰੀਵੈਂਸ਼ਨ ਆਫ ਕਰਪਸ਼ਨ ਐਕਟ ਜਾਂ ਜਿਹੜਾ ਇੱਕ ਪੰਜਾਬ ਪੁਲਿਸ ਐਕਟ 2007 ਹੈ ਉਹਦੀ ਸੈਕਸ਼ਨ 67 ਮੁਤਾਬਕ ਕਿਉਂ ਨਹੀਂ ਇਹਨਾਂ ਦੇ ਉੱਪਰ FIR ਰਜਿਸਟਰ ਕੀਤੀ ਜਾਂਦੀ? ਤੇ ਫਿਰ ਜਦੋਂ ਹੁਣ ਇਹ ਸਵਾਲ ਨੇ ਜਿਹੜੇ ਹੁਣ ਤੁਸੀਂ ਦੁਬਾਰੇ ਇਹਦੇ ਵਿੱਚ ਇਹ ਕੋਰਟ ਦੇ ਵਿੱਚ ਹੀ ਜਾਓਗੇ ਜਾਂ ਦੁਬਾਰੇ ਇੱਕ ਵਾਰੀ ਫੇਰ ਜੇ ਕਹੀਏ ਕਿ DGP ਨੂੰ ਅਪਰੋਚ ਕੀਤੀ ਜਾਏਗੀ ਕਿ ਪਹਿਲਾਂ ਹੋਏ ਇਹਦੇ ਤੇ ਕਰਨ ਜਾਂ ਸਿੱਧਾ ਕੋਰਟ ਦਾ ਹੀ ਹੁਣ ਦਰਵਾਜ਼ਾ ਖੜਕਾ? ਦੇਖੋ ਮੈਂ ਇਹਦੇ 'ਚ ਇਹ ਦੱਸਣਾ ਚਾਹੂੰਗਾ ਕਿ ਜਿਹੜੀ ਸਿੱਟ ਦੀ ਰਿਪੋਰਟ ਸਰ ਆਈ ਹੈ ਨਾ, ਉਹਦੇ 'ਚ ਬਿਲਕੁਲ ਇਹ ਕਲੀਅਰ ਨਹੀਂ ਵੀ ਪੈਸੇ ਜਿਹੜੇ ਨੇ ਪੈਸੇ 7000 ਆਸਟ੍ਰੇਲੀਅਨ ਡਾਲਰ ਤਾਂ ਆ ਗਏ, ਉਹਦੇ 'ਚ ਸਿੰਪਲ ਦੱਸ ਦਿੱਤਾ ਜੀ 11/9 ਨੂੰ ਮੁਨਸ਼ੀ ਜਿਹੜਾ ਹੈ ਉਹ ਜਸਦੀਪ ਹੈ ਜੀ ਨਾਮ ਉਹਨਾਂ ਦਾ, ਜਸਦੀਪ ਸਿੰਘ ਜੱਸੀ ਦੇ ਕੋਲ ਆਏ ਨੇ। ਅੱਗੇ ਨਹੀਂ ਪਤਾ ਵੀ ਉਹ ਪੈਸੇ ਕਿੱਥੇ ਕਿੱਥੇ ਵੰਡੇ ਗਏ, ਨੰਬਰ 1। ਕਿਤੇ ਕਹਿਣ ਤੇ ਮੁਨਸ਼ੀ ਨੇ ਮੰਗਾਏ ਨੇ, ਹਜੇ ਤੱਕ ਸਾਨੂੰ ਇਸ ਚੀਜ਼ ਬਾਰੇ ਨਹੀਂ ਪਤਾ। ਉਸ ਤੋਂ ਅਗਲੀ ਗੱਲ ਧੱਕਾ ਮੁੱਕੀ ਤੇ ਮਾਰ ਕਟਾਈ 'ਚ ਫਰਕ ਹੈ, ਇਹਦੇ ਜਿਹੜਾ ਵਰਡ ਯੂਜ਼ ਕੀਤਾ ਗਿਆ ਉਹ ਧੱਕਾ ਮੁੱਕੀ ਕੀਤਾ ਗਿਆ। ਸੋ ਸਾਡੀ ਇਹ ਲੜਾਈ ਹੈ ਕਿ ਜਦੋਂ MLR ਰਿਪੋਰਟ ਆ ਗਈ ਸੀ ਉਹਦੇ 'ਚ ਕਲੀਅਰ ਨੀਲ ਆ ਗਏ, ਸੱਟਾਂ ਆ ਗਈਆਂ, ਤਾਂ ਕਿਉਂ ਨਹੀਂ IPC ਦੀਆਂ ਧਾਰਾਵਾਂ ਔਰ ਪ੍ਰੀਵੈਂਸ਼ਨ ਆਫ ਕਰਪਸ਼ਨ ਐਕਟ ਸੈਕਸ਼ਨ 7 MLR ਜਿਹੜੀ ਕਟੀ ਹੈਗੀ MLR ਨੂੰ ਲੈ ਕੇ ਵੀ ਸਿੱਟ ਨੇ ਕੀ ਇਹਦੀ ਜਾਂਚ ਪੜਤਾਲ ਕਰੀ ਕਿ ਆਖਰ ਕਰੇ ਤੋਂ ਉੱਥੇ ਡਾਕਟਰਸ ਦੇ ਉੱਥੇ ਸਟੇਟਮੈਂਟਸ ਹੋਈਆਂ ਨੇ, MLR ਦਾ ਸਾਰਾ ਕੁਝ ਕੀਤਾ ਹੈ, ਪਰ ਉਹਦੇ ਵਿੱਚ ਟੋਟਲੀ ਸਾਇਲੈਂਟ ਰੱਖਿਆ ਗਿਆ ਹੈ। ਸਾਨੂੰ ਹਜੇ ਤੱਕ ਸਿੱਟ ਦੀ ਜਿਹੜੀ ਇਹ ਕਾਰਵਾਈ ਹੈ, ਦੇਖੋ ਸਭ ਤੋਂ ਵੱਡੀ ਗੱਲ ਸੀ ਸੈਕਸ਼ਨ 67 ਬ੍ਰਦਰ ਦੱਸ ਕੇ ਬੈਠੇ ਨੇ IPC ਦੀਆਂ ਧਾਰਾਵਾਂ, ਸੈਕਸ਼ਨ 7 ਪ੍ਰੀਵੈਂਸ਼ਨ ਆਫ ਕਰਪਸ਼ਨ ਐਕਟ। ਪਰਚਾ ਕਿਉਂ ਨਹੀਂ ਰਜਿਸਟਰਡ ਕੀਤਾ ਗਿਆ? ਸਾਡੀ ਇਹ ਗੱਲ ਹੈ ਕਿ ਡਿਪਾਰਟਮੈਂਟਲ, ਦੇਖੋ ਡਿਪਾਰਟਮੈਂਟਲ ਦੀ ਵੀ ਗੱਲ ਇਹ ਹੈ, ਤੁਸੀਂ ਲਾਈਨ ਹਾਜ਼ਰ ਕਰ ਦਿਓ, ਤੁਸੀਂ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੇ ਟ੍ਰਾਂਸਫਰ ਕਰ ਦਿਓ, ਇੱਦਾਂ ਸਾਨੂੰ ਨਹੀਂ, ਸਾਨੂੰ ਕੈਪੀਟਲ ਪਨਿਸ਼ਮੈਂਟ ਚਾਹੀਦੀ ਹੈ। ਇਸ ਦੇ ਵਿੱਚ ਪ੍ਰੋਪਰਲੀ ਹੋਵੇ ਜਾਂ ਡਿਸਮਿਸਲ ਹੋਵੇ। ਅਸੀਂ ਕੱਲ੍ਹ ਜਸਟਿਸ ਸ਼ੇਖਰ ਧਵਨ ਦੇ ਅੱਗੇ ਚੀਜ਼ ਰੱਖੀ, ਅਸੀਂ ਕਿਹਾ ਸਰ ਕਿ ਇੱਦਾਂ ਕਰਕੇ ਹੈਗਾ ਕਿ ਇਹ ਤਾਂ ਕਿਤੇ ਸਿੰਪਲ ਜਿੱਦਾਂ ਇਹ ਪਹਿਲਾਂ ਹੋਇਆ ਉੱਦਾਂ ਹੀ ਨਾ ਕਿਤੇ ਹੋ ਜਾਵੇ। ਸੋ ਉਹਨਾਂ ਨੇ ਸਟੇਟਸ ਰਿਪੋਰਟ ਜਿਹੜਾ IO ਉੱਥੇ ਆਇਆ ਸੀ ਕੱਲ੍ਹ, ਉਹਨਾਂ ਨੂੰ ਕਿਹਾ ਕਿ ਨੈਕਸਟ ਡੇਟ ਦੇ ਉੱਪਰ ਤੁਸੀਂ ਸਟੇਟਸ ਰਿਪੋਰਟ ਲੈ ਕੇ ਆਉਣੀ ਹੈ ਵੀ ਇਹਨਾਂ ਦੀ ਡਿਪਾਰਟਮੈਂਟਲ ਇਨਕੁਆਇਰੀ ਕੀ ਚੱਲ ਰਹੀ ਹੈ। ਨੰਬਰ 2 ਰਮਨਦੀਪ DSP ਮੇਨ ਦੇਖ ਰੇਖ, ਸਾਰੇ ਐਲੀਗੇਸ਼ਨ ਉਹਦੇ ਤੇ, ਉਹਨੂੰ ਫੇਰ ਸ਼ੀਲਡ ਕਰ ਦਿੱਤਾ ਗਿਆ। ਰਾਜੀਵ ਕੁਮਾਰ ਸਿੱਟ ਦੇ ਵਿੱਚ ਕਲੀਅਰ ਲਿਖਿਆ ਇੰਸਪੈਕਟਰ ਮਟੌਰ ਵਾਲੇ ਤੇ ਵੀ ਉਹਦੇ ਤੇ ਕੁਝ ਹਿੱਸਾ ਆਇਆ। ਸਰ ਮੈਂ ਇਹ ਕਹਿੰਦਾ ਕਿ ਚਲੋ ਠੀਕ ਹੈ ਕੁਝ ਹਿੱਸਾ ਆਇਆ, ਸਮਥਿੰਗ ਇਜ਼ ਬੈਟਰ ਦੈਨ ਨਥਿੰਗ। ਤੁਸੀਂ 4 ਤੇ ਕਾਰਵਾਈ ਡਿਪਾਰਟਮੈਂਟਲ ਕਰਤੀ ਹੈ, ਕਿਉਂ ਨਹੀਂ FIR ਦਾ ਹੁਕਮ ਜਾਰੀ ਕੀਤਾ ਗਿਆ? ਹਜੇ ਤੱਕ FIR ਕਿਉਂ ਨਹੀਂ ਰਜਿਸਟਰਡ ਕੀਤੀ ਗਈ? ਉਹ ਸਾਡੇ ਕ੍ਰਿਮੀਨਲ ਲਾਅ ਦੇ ਵਿੱਚ ਇਹ ਗੱਲ ਬਿਲਕੁਲ ਕਲੀਅਰ ਹੈ। ਕ੍ਰਿਮੀਨਲ ਜਿਹੜਾ ਸਾਡਾ ਤੁਸੀਂ ਕਹਿ ਲਓ ਲਾਅ ਹੈ, ਉਹਦੇ ਵਿੱਚ ਇਹ ਦੱਸਿਆ ਜਾਂਦਾ ਹੈ ਕਿ ਜਦੋਂ ਤੁਹਾਡੇ ਧਿਆਨ ਦੇ ਵਿੱਚ ਕੋਈ ਮਾਮਲਾ ਆ ਗਿਆ, 7000 ਡਾਲਰ ਮੰਨ ਗਏ, ਕੁੱਟਮਾਰ ਤੁਸੀਂ ਚਲੋ ਤੁਸੀਂ ਧੱਕਾ ਮੁੱਕੀ ਕਹਿ ਲਿਆ, ਤੁਸੀਂ ਮੈਨ ਹੈਂਡਲਿੰਗ ਨੂੰ ਥੋੜੀ ਜਿਹੀ ਸੀ, ਇਹਨਾਂ ਸਾਰੀਆਂ ਚੀਜ਼ਾਂ ਤੋਂ ਪਤਾ ਲੱਗਦਾ ਹੈ ਕਿ ਹਜੇ ਵੀ ਜਿਹੜਾ ਉਹਨਾਂ ਦਾ ਜਿਹੜਾ ਤੁਸੀਂ ਕਹਿ ਲਓ ਉਹਨਾਂ ਦਾ ਜਿਹੜਾ ਇਸ ਸਿੱਟ ਦਾ ਜਿਹੜਾ ਸਿੱਟਾ ਹੈ, ਉਹਨੂੰ ਹਜੇ ਵੀ ਮੈਨੂੰ ਇਹ ਲੱਗਦਾ ਹੈ ਪੜ੍ਹ ਕੇ ਵੀ ਉਹਨਾਂ ਨੂੰ ਮਾੜਾ ਮੋਟਾ ਸ਼ੀਲਡ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਪਰ ਜਦੋਂ ਕੋਰਟ ਦੇ ਵਿੱਚ ਤੁਸੀਂ ਲਿਆ ਕੇ ਸਾਹਮਣੇ ਚੀਜ਼ਾਂ ਰੱਖੋਗੇ, ਚਲੋ ਜਿਹੜੀਆਂ ਚੀਜ਼ਾਂ ਪੁਲਿਸ ਨੇ ਮੰਨ ਲਈਆਂ ਨੇਗੀਆਂ, ਉਹ ਚੀਜ਼ਾਂ ਤੇ ਤਾਂ ਕੋਰਟ ਉਹ ਦੇ ਦੂਗਾ। ਉਹ ਤਾਂ ਦੇਖੋ ਸਾਡੇ ਕੋਲ, ਦੇਖੋ ਹੁਣ ਪਹਿਲਾਂ ਤਾਂ ਅਸੀਂ ਐਲੀਗੇਸ਼ਨ ਸੀ, ਹੁਣ ਤਾਂ ਇਹਨਾਂ ਦੀ ਆਪਣੀ ਇਹ ਰਿਪੋਰਟ ਜਿਹੜੀ ਹੈ ਮਾਨਯੋਗ DGP ਪੰਜਾਬ ਦੀ, ਉਹ ਰਿਪੋਰਟ ਬੋਲ ਰਹੀ ਹੈ। ਸੋ ਅਗਲੀ ਲੜਾਈ ਸਰ ਸਾਡੀ ਜਿਹੜੀ ਹੈ, ਅਸੀਂ ਦੇਖੋ ਮੈਂ ਇੱਥੇ ਵਿਸ਼ਵਾਸ ਦਵਾਉਣਾ ਤੁਹਾਡੇ ਚੈਨਲ ਰਾਹੀਂ, ਅਸੀਂ ਇਹਦਾ ਕੇਸ ਜਿਹੜਾ ਹੈ ਪੂਰਾ ਤਣੋ ਮਣੋ ਲੜਿਆ। ਅਸੀਂ ਇਹ ਚੀਜ਼ ਦਾ ਵਿਸ਼ਵਾਸ ਦਵਾਉਂਦੇ ਹਾਂ, ਜਿਹੜੀ ਐਲੀ ਮੰਗਟ ਨੇ ਸਰੀਰਕ ਤਸੱਦਦ, ਅੱਜ ਵੀ ਉਹਦਾ ਜਿਹੜਾ ਮਨ ਹੈ, ਅੱਜ ਵੀ ਉਹ ਰੋ ਪੈਂਦਾ ਜਦੋਂ ਉਹਨੂੰ ਯਾਦ ਆਉਂਦਾ, ਉਹ ਕਹਿੰਦਾ ਮੈਂ ਗਰਮੋ ਗਰਮੀ ਹੋ ਜਾਣਾ। ਮੈਨੂੰ ਕਹਿੰਦਾ ਜੀ ਮੈਂ ਰਾਤ ਨੂੰ AC ਵੀ ਚੱਲਦਾ ਹੁੰਦਾ ਮੈਂ ਗਰਮੋ ਗਰਮੀ ਹੋ ਜਾਣਾ। ਉਹ ਜੋ ਟੈਰਰ, ਜੋ ਉਹਨੇ ਤਸੱਦਦ ਝੱਲਿਆ ਇੱਥੇ ਥਾਣੇ ਦੇ ਵਿੱਚ। ਸੋ ਮੈਂ ਉਹਦੇ ਨਾਲ ਇੱਕੋ ਕਮਿਟਮੈਂਟ ਕੀਤੀ ਸੀ ਪਹਿਲੇ ਦਿਨ, ਮੈਂ ਕਿਹਾ
ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਕਿ ਤੈਨੂੰ ਤੇਰੀ ਤੇਰੀ ਇੱਕ ਇੱਕ ਅੰਕ ਤੇ ਤੇਰੇ 6 ਵਜੇ ਤੈਨੂੰ ਪਾਈ ਦਾ ਹਿਸਾਬ ਲੈ ਕੇ ਇੱਕ ਚੀਜ਼ ਹੋਰ ਦੱਸ ਦਿਓ ਕਿ ਜਿਹੜਾ ਪਰਚਾ ਉਦੋਂ ਰਜਿਸਟਰ ਐਲੀ ਮਾਰਕੀਟ ਤੇ ਹੋਇਆ ਸੀ, ਚਲੋ ਇਹ ਤਾਂ ਆ ਗਈ ਜਿਹੜੀ ਉਹਦੇ ਨਾਲ ਹੋ ਗਈ ਤਸ਼ੱਦਦ ਹੋ ਗਈ, ਚਾਹੇ ਉਹਨੂੰ ਗਲਤ ਰੱਖ ਲਿਆ, ਪੈਸੇ ਲੈ ਲਏ ਨੇ, ਜਿਹੜੀਆਂ ਚੀਜ਼ਾਂ ਲੈ ਲਈਆਂ, ਜਿਹੜਾ ਉਹ ਪਰਚਾ ਦਰਜ ਹੋਇਆ ਸੀ ਉਹਦੀ ਕੀ ਰਿਪੋਰਟ ਹੈਗੀ ਜਿਹੜੀ ਹੁਣ ਉਹਦੀ ਸਾਰੇ ਹੈਗੀ ਕਿ ਹਜੇ ਕਿਉਂਕਿ ਸਿੱਟ ਕਨਸਟੀਟਿਊਟ ਕੀਤੀ ਗਈ ਸੀਗੀ ਜੀ, ਸਿੱਟ ਨੇ ਹਜੇ ਰਿਪੋਰਟ ਦੇਣੀ ਸੀ, ਚਲਾਨ ਹਜੇ ਉਸ ਕੇਸ ਦੇ ਵਿੱਚ ਮਾਨਜੋ ਕੋਰਟ ਦੇ ਵਿੱਚ ਹਜੇ ਤੱਕ ਇਹਨਾਂ ਨੇ ਸਬਮਿਟ ਹੀ ਨਹੀਂ ਕਰਵਾਇਆ। ਸੋ ਉਹ ਜਿਹੜਾ ਜਦੋਂ ਚਲਾਨ ਸਬਮਿਟ ਹੋਏਗਾ ਉਸ ਤੋਂ ਬਾਅਦ ਜਿਹੜੀਆਂ ਉਹਦੀਆਂ ਸਟੇਟਮੈਂਟਸ ਵਗੈਰਾ ਜੋ ਹੋਏਗਾ ਜੀ ਉਹ ਤਾਂ ਹਜੇ ਫਰਦਰ ਹੈ। ਹਜੇ ਤੁਸੀਂ ਕਹਿ ਸਕਦੇ ਹੋ ਕਿੰਨੇ ਅਫਸਰ ਨੇ ਇਹਦੇ ਚ ਜਿਹੜੇ ਤੁਸੀਂ ਕਿਹਾ ਸੀਨੀਅਰ ਜੇ ਲਾਈਏ ਜਿਹੜੇ ਟੋਟਲ ਕਿੰਨੇ ਨੇ ਜਿਹੜੇ ਸਾਡੇ ਵੱਲੋਂ ਐਲੀਗੇਸ਼ਨ ਸੀਗੇ ਜੀ, ਸਾਡੇ ਵੱਲੋਂ ਐਲੀਗੇਸ਼ਨਸ ਤਾਂ ਸੀਗੇ ਜੀ ਕਿ ਜਿਹੜੇ ਡੀਐਸਪੀ ਜਿਹੜਾ ਮੇਨ ਪ੍ਰਿੰਸੀਪਲ ਅਕਿਊਜ਼ਡ ਅਲੈਜਡ ਅਕਿਊਜ਼ ਕਵਾਂਗਾ ਮੈਂ ਰਮਨਦੀਪ ਸਿੰਘ ਜੀ ਨੂੰ, ਉਹਨਾਂ ਦੇ ਜਦੋਂ ਦੋਵੇਂ ਪੀਐਸਓ ਸਾਹਿਲ ਤੇ ਸਤਿੰਦਰ, ਦੇਖੋ ਸਾਹਿਲ ਤੇ ਸਤਿੰਦਰ ਦੀ ਸਪੈਸੀਫਿਕਲੀ ਗੱਲ ਕਰਾਂਗਾ, ਨਾ ਤਾਂ ਉਹ ਕਿਸੇ ਥਾਣੇ 'ਚ ਤੈਨਾਤ ਸੀਗੇ ਉਹਨਾਂ ਦਿਨਾਂ ਦੌਰਾਨ, ਨਾ ਹੀ ਉਹ ਕਿਸੇ ਸੀਏ ਸਟਾਫ ਦੇ ਮੈਂਬਰ ਸੀਗੇ, ਤੇ ਉਹਨਾਂ ਨੇ ਅੰਡਰ ਵਿਚ ਕਪੈਸਿਟੀ ਫਿਰ ਉਹਨਾਂ ਨੇ ਜਿਹੜਾ ਇਹਨੂੰ ਇੰਨੀ ਮਾਰ ਕਟਾਈ ਜੋ ਵੀ ਉਹ ਤਸੱਦਦ ਕੀਤਾ ਉਹ ਫਿਰ ਕਿਵੇਂ, ਕਿਉਂਕਿ ਹੁਣ ਸਿੱਟ ਦੀ ਰਿਪੋਰਟ ਦੇ ਵਿੱਚ ਉਹ ਦੋਵੇਂ ਉਹਦੇ ਪਰਸਨਲ ਪੀਐਸਓਸ ਜਿਹੜੇ ਨੇ ਉਹ ਵਿੱਚ ਆ ਗਏ ਨੇ। ਇੱਕ ਚੀਜ਼ ਮੈਂ ਇੱਥੇ ਹੋਰ ਕਹਿਣੀ ਚਾਹੁੰਦਾ ਕਿ ਡੀਜੀਪੀ ਆਫਿਸ ਦੇ ਕੋਲ 23/11/2019 ਨੂੰ ਡੀਜੀਪੀ ਆਫਿਸ ਦੇ ਵਿੱਚ ਇਹ ਰਿਪੋਰਟ ਸਿੱਟ ਨੇ ਸਬਮਿਟ ਕਰਵਾ ਦਿੱਤੀ ਸੀ। ਅਸੀਂ ਫਰਵਰੀ ਦੇ ਵਿੱਚ ਮਾਨਯੋਗ ਐਨਆਰਆਈ ਕਮਿਸ਼ਨ ਦਾ ਜਾ ਕੇ ਦਰਵਾਜ਼ਾ ਜਸਟਿਸ ਸ਼ੇਖਰ ਦਮਨ ਦਾ ਖੜਕਾਇਆ, ਤਾਂ 20 ਜੁਲਾਈ 2020 ਨੂੰ ਲਗਭਗ ਜੇ ਅਸੀਂ ਲਾ ਲਈਏ ਤਾਂ 8 ਮਹੀਨੇ ਤੁਸੀਂ ਕਹਿ ਲਓ ਵੀ ਡੀਜੀਪੀ ਆਫਿਸ ਦੀਆਂ ਫਾਈਲਾਂ ਦੇ ਵਿੱਚ ਸਾਡੀ ਜਿਹੜੀ ਸਿੱਟ ਦੀ ਰਿਪੋਰਟ ਸੀ ਉਹਨਾਂ ਫਾਈਲਾਂ 'ਚ ਉਹ ਫਾਈਲ ਸਾਡੀ ਰੁਲੀ ਕਾਰਨ ਦੱਸਿਆ ਉਹਨਾਂ ਨੇ ਸਾਡੀ ਫਾਈਲ ਰੁਲੀ ਮੈਂ ਪੁੱਛਿਆ ਹੋਣਾ ਨਹੀਂ ਸਰ, ਅਸੀਂ ਬਾਰ-ਬਾਰ ਅਸੀਂ ਐਨਆਰਆਈ ਕਮਿਸ਼ਨ ਜਿਹੜੇ ਸਾਡੇ ਜੱਜ ਸਾਹਿਬ ਨੇ ਅਸੀਂ ਉਹਨਾਂ ਨੂੰ ਜ਼ਰੂਰ ਅਪਰਾਈਜ਼ ਕਰਵਾਇਆ, ਤੇ ਇਹ ਬਾਰ-ਬਾਰ ਉੱਥੇ ਤੁਸੀਂ ਕਹ ਲਓ ਬਿਊਰੋ ਆਫ ਇਨਵੈਸਟੀਗੇਸ਼ਨ ਵੱਲੋਂ ਨਵੀਨ ਸੈਣੀ ਆਈਪੀਐਸ ਜਿਹੜੇ ਸੀਗੇ ਉਹ ਅਪੀਅਰ ਹੁੰਦੇ ਸੀ, ਉਹ ਆਪਣੀ ਸ਼ੋਰਟੀ ਦੇ ਉੱਪਰ ਵੀ ਮੈਂ ਨੈਕਸਟ ਡੇਟ ਦੇ ਉੱਪਰ ਮੈਂ ਸਬਮਿਟ ਕਰਵਾਵਾਂਗਾ ਜੀ, ਮੈਂ ਨੈਕਸਟ ਡੇਟ ਦੇ ਉੱਪਰ ਸਬਮਿਟ ਕਰਾਵਾਂਗਾ। ਸੋ ਉੱਥੇ ਜਦੋਂ ਉਸ ਤੋਂ ਬਾਅਦ ਵੀ ਤੁਹਾਨੂੰ ਮੈਂ ਇੱਕ ਹੋਰ ਇਹਦੇ ਵਿੱਚ ਬੜਾ ਰੈਲੇਵੈਂਟ ਇੱਕ ਪੱਖ ਦੱਸਾਂ ਕਿ 4 ਅਗਸਤ 2020 ਨੂੰ ਤੁਸੀਂ ਇਹ ਚੀਜ਼ ਦੇਖੋ, ਸਾਡੀ ਜਦੋਂ ਇੱਥੇ ਕੋਰਟ ਹੀਅਰਿੰਗ ਸੀ ਐਨਆਰਆਈ ਕਮਿਸ਼ਨ, ਉਸੇ ਦਿਨ ਹੀ ਆਈਜੀ ਜਿਹੜੇ ਸੀਗੇ ਰੂਪਨਗਰ ਅਮਿਤ ਪ੍ਰਸਾਦ ਜੀ, ਉਹ ਐਸਐਸਪੀ ਜਿਹੜੇ ਮੋਹਾਲੀ ਨੇ ਕੁਲਦੀਪ ਚਹਿਲ, ਉਹਨਾਂ ਨੂੰ ਮਾਰ ਕਰ ਰਹੇ ਨੇ ਫॉर ਫਰਦਰ ਐਕਸ਼ਨ ਅਗੇਂਸਟ ਦੀ ਪੁਲਿਸ ਅਫੀਸ਼ੀਅਲਸ। ਸੋ ਸਾਡਾ ਇੱਥੇ ਇਹ ਹੈ ਕਿ ਜੇਕਰ ਦੇਖੋ ਮੇਰੇ ਅਗੇਂਸਟ ਕੋਈ ਐਫਆਈਆਰ ਹੋ ਜਾਂਦੀ ਹੈ, ਬ੍ਰਦਰ ਦੇ ਅਗੇਂਸਟ ਹੋ ਜਾਂਦੀ ਹੈ, ਤੁਸੀਂ ਬੜੇ ਮਾਣਯੋਗ ਹੋ, ਫੋਰਥ ਪਿਲਰ ਅਸੀਂ ਸਮਝਦੇ ਹਾਂ, ਪੱਤਰਕਾਰਾਂ ਦੇ ਅਗੇਂਸਟ ਹੋ ਜਾਂਦੀ ਹੈ, ਉਦੋਂ ਤਾਂ ਬੜੇ ਹੋਸ਼-ਪੋਸ਼ ਮੈਨਰ ਦੇ ਵਿੱਚ ਫਟਾਫਟ ਜਿਹੜੀਆਂ ਇਨਕੁਆਇਰੀਜ਼ ਨੇ ਉਹ ਵੀ ਫਟਾਫਟ ਹੋ ਜਾਂਦੀਆਂ ਨੇ, ਸਬਮਿਟ ਹੋ ਜਾਂਦੀਆਂ ਨੇ, ਪਰਚੇ ਵੀ ਫਟਾਫਟ ਰਿਕਮੈਂਡੇਸ਼ਨ ਹੋ ਜਾਂਦੇ ਨੇ ਜੀ। ਤਾਂ ਇਸ ਕੇਸ ਦੇ ਵਿੱਚ ਸਾਡਾ ਇਹ ਇੱਥੇ ਸਾਡਾ ਮੰਨਣਾ ਹੈ ਕਿ ਜਦੋਂ ਤੁਹਾਡੇ ਕੋਲ ਡਿਟੇਲਡ ਸਾਡੇ ਕੋਲ ਆ ਗਈ ਸੀਗੀ, ਸਿੱਟ ਦੀ ਰਿਪੋਰਟ ਆ ਗਈ ਸੀਗੀ, ਤਾਂ ਫਿਰ ਤੁਸੀਂ ਇੰਨੀ ਵਿੱਚ ਇਹਦੇ ਵਿੱਚ ਡਿਲੇ ਪਾਈ। ਇੱਕ ਲਾਸਟ ਨੂੰ ਇਹਨਾਂ ਦੱਸ ਦਿਓ ਕਿ ਜਦੋਂ ਇਹ ਸਾਰੀ ਰਿਪੋਰਟਸ ਆ ਗਈਆਂ ਨੇ, ਜਿਹੜੇ ਬਾਅਦ ਚ ਐਲੀਗੇਸ਼ਨਸ ਆ ਗਏ ਨੇ, ਕਿ ਕਾਫੀ ਜੇ ਕਹੀਏ ਜਾਵੇ ਪੁਲਿਸ ਆਪ ਹੀ ਸਵਾਲਾਂ ਦੇ ਘੇਰੇ ਚ ਆ ਗਈ ਹੈ, ਤਾਂ ਜਿਹੜਾ ਪਰਚਾ ਐਲੀ ਮਾਂਗਟ ਤੇ ਪਹਿਲਾਂ ਹੋਇਆ ਜਿਹੜਾ ਕਿ ਪੁਲਿਸ ਵੱਲੋਂ ਦਿੱਤਾ ਗਿਆ ਹੈਗਾ ਕਿ ਜੋ ਵੀ ਉਹਨੇ ਕੀਤਾ ਉਹਦੇ ਤੇ ਅਸਰ ਪਏਗਾ ਇਸ ਦਾ? ਨਹੀਂ, ਉਹਦੇ ਤੇ ਦੇਖੋ ਹੁਣ ਜਦੋਂ ਫਾਈਂਡਿੰਗਸ ਦੇਖੋ ਸਿੱਟ ਦੀ ਆ ਗਈ, ਕਈ ਚੀਜ਼ਾਂ ਆ ਗਈਆਂ ਨੇ, ਜਿਹੜੇ ਹੁਣ ਆਪਾਂ ਆਸਟ੍ਰੇਲੀਅਨ $7,000 ਦੀ ਗੱਲ ਕਰੀਏ, ਡਾਲਰ ਐਵੇਂ ਦਾ ਨਹੀਂ ਕਮਾਏ ਜਾਂਦੇ ਜੀ ਬਾਹਰ। ਇੱਥੇ ਜਦੋਂ ਤੁਸੀਂ ਆਪ ਮੰਨ ਕੇ ਵੀ ਅਸੀਂ $7,000 ਆਸਟ੍ਰੇਲੀਅਨ ਡਾਲਰ ਲੈ ਲਿਆ, ਮੈਨ ਹੈਂਡਲਿੰਗ ਅਸੀਂ ਕਰ ਲਈ, ਤਾਂ ਇਹਦਾ ਮਤਲਬ ਕੀ ਹੋਇਆ ਵੀ ਜਿਹੜਾ ਕੇਸ ਹੈ ਉਹਨੂੰ ਟੋਟਲੀ ਮਿਸਹੈਂਡਲ ਕੀਤਾ ਗਿਆ ਜੀ। ਸੋ ਸਾਡੇ ਵੱਲੋਂ ਤਾਂ ਇਹੀ ਹੈ ਵੀ ਜਿਹੜਾ ਉਹ ਐਫਆਈਆਰ ਸੀਗਾ ਸਪੈਸੀਫਿਕਲੀ ਉਹਦੇ ਤੇ 295 ਏ ਜਾਂ ਜਿਹੜੀਆਂ ਰੈਲੇਵੈਂਟ ਸੈਕਸ਼ਨਸ ਨੇ ਉਹ ਸਾਨੂੰ ਚਲਾਨ ਚੋਂ ਪਤਾ ਲੱਗੇਗਾ। ਬਾਕੀ ਇਹ ਤਾਂ ਹੁਣ ਮਾਨਜੋ ਕੋਰਟ ਦੇ ਉੱਪਰ ਚੈਲੰਜ ਕਰਾਂਗੇ ਜੀ, ਥਰੂ ਕੁਐਸਚਨ ਹੁਣ ਅਸੀਂ ਚੈਲੰਜ ਕਰਾਂਗੇ, ਉਹਨੂੰ ਸੈਪਰੇਟਲੀ ਚੈਲੰਜ ਕਰਾਂਗੇ, ਇਹਨਾਂ ਤੇ ਐਕਸ਼ਨ ਸੈਪਰੇਟ ਮੰਗਾਂਗੇ, ਜਿਹੜੀ ਉਹਦੀ ਕੁਐਸਚਿੰਗ ਹੈ ਪਰਚੇ ਜੋ ਅਸੀਂ ਸੈਪਰੇਟ ਮੰਗਾਂਗੇ। ਬਿਲਕੁਲ ਕਹਿ ਸਕਦੇ ਕਿ ਹੁਣ ਪੁਲਿਸ ਤੇ ਆਪਦੇ ਤੇ ਸਵਾਲ ਖੜੇ ਹੋਣੇ ਸ਼ੁਰੂ ਹੋ ਚੁੱਕੇ ਨੇ, ਕਿਉਂਕਿ ਜਿਹੜੀ ਐਸਆਈਟੀ ਦੀ ਰਿਪੋਰਟ ਆਈ ਆ ਉਸ ਰਿਪੋਰਟ ਦੇ ਵਿੱਚ ਕਈ ਪੱਖ ਐਲੀ ਮਾਂਗਟ ਦੇ ਪੱਖ 'ਚ ਜਾਂਦੇ ਹੋਏ ਨਜ਼ਰ ਆਉਂਦੇ ਨੇ, ਕਿ ਜਦੋਂ ਲਗਾਤਾਰ ਸਵਾਲ ਐਲੀ ਮਾਂਗਟ ਤੇ ਵੀ ਉਦੋਂ ਖੜੇ ਹੁੰਦੇ ਸੀ, ਬਹੁਤ ਸਾਰੇ ਲੋਕ ਇਹ ਗੱਲ ਕਹਿੰਦੇ ਸੀ ਵੀ ਸ਼ਾਇਦ ਉਹਦੀ ਆਪਦੀ ਕੋਈ ਗਲਤੀਆਂ ਨੇ ਜਾਂ ਗਲਤ ਆਰੋਪ ਨੇ, ਪਰ ਹੁਣ ਰਿਪੋਰਟ ਤੋਂ ਬਾਅਦ ਕਹੀਏ ਕਿ ਕਈ ਚੀਜ਼ਾਂ ਨੂੰ ਪੁਲਿਸ ਦੀ ਆਪਣੀ ਰਿਪੋਰਟ ਨੇ ਪੁਖਤਾ ਕਰ ਦਿੱਤਾ। ਹਾਲਾਂਕਿ ਕੋਰਟ ਨੂੰ ਅੱਗੇ ਕੋਰਟ 'ਚ ਜਾਣ ਦੀ ਜਿਹੜੀ ਕੀ ਗੱਲ ਇਹ ਘੁੰਮਣ ਬ੍ਰਦਰਸ ਕਹਿ ਰਹੇ ਨੇ। ਵੀਡੀਓ ਜਰਨਲਿਸਟ ਕਮਲ ਦੇ ਨਾਲ ਸਮੀਰ ਸਿੰਘ ਜੋਸ਼ੀ, ਡੇਲੀ ਪੋਸਟ ਪੰਜਾਬੀ, ਚੰਡੀਗੜ੍ਹ। ਕਰੀਬ 1 ਸਾਲ ਹੋ ਚੱਲਿਆ, ਤਾਂ 1 ਸਾਲ ਪਹਿਲਾਂ ਜੇ ਪਿੱਛੇ ਜਾਈਏ ਤਾਂ ਤੁਸੀਂ ਦੇਖਿਆ ਹੋਣਾ ਕਿ ਐਲੀ ਮਾਂਗਟ ਜਦੋਂ ਮੋਹਾਲੀ ਆਇਆ